हेलो व्यूअर्स वेलकम टू माय नेक्स्ट वीडियो। ਅੱਜ ਦੀ ਵੀਡੀਓ ਰਹੇਗੀ ਇੰਗਲਿਸ਼ ਮੀਡੀਅਮ ਦੇ ਵਿੱਚ ਯੋਗਾ ਦਾ ਮੀਨਿੰਗ, ਡੈਫੀਨੇਸ਼ਨ, ਹਿਸਟਰੀ, ਇੰਟਰੋਡਕਸ਼ਨ, ਟਾਈਪਸ ਐਂਡ ਇੰਪੋਰਟੈਂਸ ਆਫ ਯੋਗਾ। ਬਹੁਤ ਜ਼ਿਆਦਾ ਮੈਸੇਜ ਕੀਤੇ ਬੱਚੇ ਤੁਸੀਂ ਤੇ ਬਹੁਤ ਐਫਰਟਸ ਵੀ ਮੈਂ ਲਗਾਈਆਂ ਤੁਹਾਡੇ ਲਈ ਇੰਗਲਿਸ਼ ਮੀਡੀਅਮ ਦੇ ਵਿੱਚ ਨੋਟਸ ਅਰੇਂਜ ਕਰਨ ਦੇ ਲਈ, ਕਿਉਂਕਿ ਹੈਂਡ ਰਿਟਨ ਨੋਟਸ ਬਣਾਉਣਾ ਮੇਰੇ ਲਈ ਪੋਸੀਬਲ ਨਹੀਂ ਸੀ ਇੰਨੀ ਜਲਦੀ। आई एम थैंकफुल टू अ स्टूडेंट जिन्हें कि मेरी हेल्प की इन्होंने नोट्स ਨੂੰ ਅਰੇਂਜ ਕਰਨ ਦੇ ਲਈ। ਥੈਂਕਸ ਅਲੋਟ ਬੇਟਾ। ਬਹੁਤ ਸਾਰੀਆਂ ਬਲੈਸਿੰਗਸ ਮੇਰੇ ਵੱਲੋਂ ਵੀ ਤੇ ਉਹਨਾਂ ਵਿਊਅਰਸ ਵੱਲੋਂ ਵੀ ਜਿਹੜੇ ਕਿ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਇਸ ਵੀਡੀਓ ਨੂੰ ਪੜ੍ਹ ਕੇ ਤੇ ਦੇਖ ਕੇ ਸਮਝ ਕੇ ਚੰਗੇ ਨੰਬਰ ਲੈ ਸਕਣਗੇ। ਤਾਂ ਯੋਗਾ ਕੀ ਹੈ ਫਟਾਫਟ ਤੇਜ਼ੀ ਨਾਲ ਕਰਾਂਗੇ ਕਿਉਂਕਿ ਪੰਜਾਬੀ 'ਚ ਮੈਂ ਆਲਰੇਡੀ ਸਮਝਾ ਚੁੱਕੀ ਹਾਂ। ਮਤਲਬ ਸੇਮ ਹੈ, ਮੀਨਿੰਗ ਸੇਮ ਹੈ, ਸਿਰਫ ਇੰਗਲਿਸ਼ ਦੇ ਵਿੱਚ ਤੁਹਾਨੂੰ ਨੋਟਸ ਚਾਹੀਦੇ ਸੀ ਤੇ ਐਕਸਪਲੇਨੇਸ਼ਨ ਚਾਹੀਦੀ ਸੀ, ਇਸ ਲਈ ਮੈਂ ਪ੍ਰੋਵਾਈਡ ਕਰ ਰਹੀ ਹਾਂ। ਸੋ ਵੀ ਵਿਲ ਡੂ ਕੁਇਕਲੀ। ਤਾਂ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪੰਜਾਬੀ ਮੀਡੀਅਮ ਦੀ ਵੀਡੀਓ ਵੀ ਤੁਸੀਂ ਵਾਚ ਕਰ ਸਕਦੇ ਹੋ ਤਾਂ ਕਿ ਕਲੈਰੀਫਿਕੇਸ਼ਨ ਹੋ ਜੇ। ਯੋਗਾ ਦਾ ਮੀਨਿੰਗ ਹੈ ਐਕਸਪੀਰੀਅੰਸ ਆਫ ਵਨਨੈਸ ਔਰ ਯੂਨਿਟੀ ਵਿਦ ਦ ਇਨਰ ਬੀਇੰਗ। ਇਨਰ ਬੀਇੰਗ ਆਪਣੇ ਅੰਦਰੂਨੀ ਅੰਦਰ ਨਾਲ, ਆਪਣੀ ਅੰਤਰ ਆਤਮਾ ਨਾਲ ਇੱਕ ਸੁਰ ਹੋ ਜਾਣਾ। ਇਹ ਯੂਨਿਟੀ ਕਿਵੇਂ ਆਉਂਦੀ ਹੈ? ਕਮਸ ਆਫਟਰ ਡਿਜ਼ੋਲਵਿੰਗ ਦ ਡਿਊਲਿਟੀ ਆਫ ਮਾਈਂਡ ਐਂਡ ਮੈਟਰ ਇਨਟੂ ਦ ਸੁਪਰੀਮ ਰਿਐਲਿਟੀ। ਜਦੋਂ ਅਸੀਂ ਆਪਣੇ ਮਨ ਤੇ ਆਪਣੀ ਜਿਹੜੀ ਬੋਡੀ ਨੂੰ ਹੈ ਉਸ ਸੁਪਰੀਮ ਪਾਵਰ ਦੇ ਵੱਲ ਜਿਹੜਾ ਹੈਗਾ ਝੁਕਾ ਦਿੰਦੇ ਹਾਂ। ਯੋਗਾ ਇੱਕ ਸਾਇੰਸ ਹੈ ਜਿਹਦੇ ਵਿੱਚ ਬਾਈ ਵਿਚ ਦ ਇੰਡੀਵਿਜੂਅਲ ਅਪਰੋਚਿਸ ਟਰੁੱਥ। ਅਸੀਂ ਕਿੱਥੇ ਤੀਕਰ ਪਹੁੰਚਦੇ ਹਾਂ? ਸੱਚ ਤੀਕਰ ਪਹੁੰਚਦੇ ਹਾਂ। The aim of all yoga practice is to achieve truth, where the individual soul identifies itself with the supreme soul or God। मतलब ਯੋਗਾ ਕੀ ਹੈ? ਇੱਕ ਪ੍ਰੈਕਟਿਸ ਹੈ ਜਿਹਦੇ ਰਾਹੀਂ ਅਸੀਂ ਸੱਚ ਤੇ ਉਸ ਪਰਮਾਤਮਾ ਤੱਕ ਪਹੁੰਚਦੇ ਹਾਂ, ਉਸ ਸੁਪਰੀਮ ਗੋਡ ਤੱਕ ਪਹੁੰਚਦੇ ਹਾਂ। ਜੋ ਮੈਨ ਨੇ, ਇਨਸਾਨ ਨੇ ਟਰਮੈਂਡਸ ਮਤਲਬ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਹਰ ਏਰੀਆ ਦੇ ਵਿੱਚ। ਮਾਡਰਨ ਸਾਇੰਟਿਸਟ ਐਂਡ ਰਿਸਰਚਰਸ ਹੈਵ ਐਬਸੋਲੂਟਲੀ ਚੇਂਜ ਦਾ ਲਾਈਫਸਟਾਈਲ। ਸਾਡਾ ਲਾਈਫਸਟਾਈਲ ਬਿਲਕੁਲ ਬਦਲ ਚੁੱਕਿਆ ਹੈ। ਹਾਊਐਵਰ ਪੋਲਿਊਸ਼ਨ ਆਫ ਏਅਰ, ਵਾਟਰ, ਬਾਡੀ, ਮਾਈਂਡ, ਇਹ ਵੀ ਜੋ ਹੈ ਸਾਇੰਸ ਦੇ ਹੀ ਨਤੀਜੇ ਹਨ। ਲੌਂਗਿੰਗ ਫॉर ਮਟੀਰੀਅਲ ਵੈਲਥ हैज़ हार्डनड आर द हार्ट्स ऑफ ह्यूमन बींग। ਅਸੀਂ ਜੋ ਮਟੀਰੀਅਲ ਵੈਲਥ ਚਾਹੁੰਦੇ ਹਾਂ, ਠੀਕ ਹੈ, ਜੋ ਪਦਾਰਥਵਾਦੀ ਜੀਵਨ ਹੈ, ਉਹਨੇ ਸਾਡੇ ਦਿਲਾਂ ਨੂੰ ਬਹੁਤ ਜ਼ਿਆਦਾ ਕੀ ਕਰ ਦਿੱਤਾ ਹੈ? ਹਾਰਡ ਕਰ ਦਿੱਤਾ ਹੈ, ਬਹੁਤ ਸਖਤ ਬਣਾ ਦਿੱਤਾ ਹੈ। ਹਿਊਮਨ ਵੈਲਿਊਜ਼ ਆਰ ਡਿਕਲਾਈਨਿੰਗ। ਜੋ ਹਿਊਮਨ ਵੈਲਿਊਜ਼ ਹੈ ਖਤਮ ਹੋ ਰਹੀਆਂ, ਡਿਕਲਾਈਨ ਹੋ ਰਹੀਆਂ। ਸਟ੍ਰੈਸ ਤੇ ਸਟ੍ਰੇਨ ਨੇ ਜਗ੍ਹਾ ਲੈ ਲਈ ਹੈ, ਠੀਕ ਹੈ। ਹਰ ਤਰ੍ਹਾਂ ਦਾ ਸਟ੍ਰੈਸ, ਚਾਹੇ ਉਹ ਫਿਜ਼ੀਕਲ ਹੈ, ਚਾਹੇ ਉਹ ਸਾਈਕੋਲੋਜੀਕਲ ਹੈ, ਤਾਂ ਉਹ ਬਹੁਤ ਸਾਰੀਆਂ ਡਿਸੀਜ਼ਸ ਨੂੰ ਜੋ ਹੈ ਸੱਦਾ ਦੇ ਰਿਹਾ ਹੈ। ਤਾਂ ਯੋਗਾ ਹੈਜ਼ ਅ ਸ਼ੋਰੈਸਟ ਰੈਮੀਡੀਜ਼ ਫॉर ਮੈਨਸ ਫਿਜ਼ੀਕਲ ਐਜ਼ ਵੈਲ ਐਜ਼ ਸਾਈਕੋਲੋਜੀਕਲ ਏਲਮੈਂਟਸ। ਤਾਂ ਯੋਗਾ ਕੋਲ ਇੱਕ ਸ਼ੋਰ, ਪੱਕੇ ਤੌਰ 'ਤੇ, ਨਿਸ਼ਚਿਤ ਤੌਰ 'ਤੇ ਇਲਾਜ ਹੈ ਕਿਸ ਚੀਜ਼ ਦਾ? ਫਿਜ਼ੀਕਲੀ ਵੀ, ਸਰੀਰਕ ਤੌਰ 'ਤੇ ਵੀ, ਅਤੇ ਮਨੋਵਿਗਿਆਨਿਕ ਜੋ ਬਿਮਾਰੀਆਂ ਉਹਦੀਆਂ ਵੀ ਯੋਗਾ ਕੋਲੋਂ ਇਸ ਦਾ ਇਲਾਜ ਹੈ। The yoga makes the organs of body active in their functioning and has good effect on internal functioning of human body। ਤਾਂ ਯੋਗਾ ਦੇ ਵਿੱਚੋਂ ਜੋ ਹੈ ਅਸੀਂ ਆਪਣੀ ਹਿਊਮਨ ਬੋਡੀ ਨੂੰ ਐਕਟਿਵ ਕਰਨ ਦੇ ਲਈ ਇਹਦੇ ਇੰਟਰਨਲ ਤੇ ਐਕਸਟਰਨਲ ਆਰਗਨਸ ਨੂੰ, ਆਪਣੇ ਮਨ, ਆਪਣੀ ਆਤਮਾ, ਆਪਣੇ ਸਰੀਰ ਨੂੰ ਐਕਟਿਵ ਕਰਨ ਦੇ ਲਈ ਅਸੀਂ ਜੋ ਹੈ ਯੋਗਾ ਨੂੰ ਯੂਜ਼ ਕਰ ਸਕਦੇ ਹਾਂ। ਯੋਗਾ ਇਜ਼ ਨਾਟ ਅ ਰਿਲੀਜਨ। ਇਹ ਕੋਈ ਧਰਮ ਨਹੀਂ ਹੈ, ਇਹ ਕੀ ਹੈ? ਤਰੀਕਾ ਹੈ। ਕਿਸ ਚੀਜ਼ ਦਾ? ਆਪਣੀਆਂ ਵਨਸ ਜੋ ਲੇਟੈਂਟ ਪਾਵਰਸ ਨੂੰ ਕੰਟਰੋਲ ਕਰਨ ਦਾ। ਇਹ ਕੀ ਹੈ? ਸੈਲਫ ਇਟ ਇਜ਼ ਦਾ ਮੀਨਸ ਟੂ ਰੀਚ ਕੰਪਲੀਟ ਸੈਲਫ ਰਿਅਲਾਈਜੇਸ਼ਨ। ਇੱਕ ਜ਼ਰੀਆ ਹੈ ਜਿਹਦੇ ਇਸ ਨਾਲ ਅਸੀਂ ਆਪਣੇ ਆਪ ਨੂੰ ਜਾਣ ਸਕਦੇ ਹਾਂ, ਰਿਅਲਾਈਜ਼ ਕਰ ਸਕਦੇ ਹਾਂ। ਇਹ ਸਾਰੀਆਂ ਗੱਲਾਂ ਤੁਸੀਂ ਪੁਆਇੰਟਸ ਦੇ ਵਿੱਚ ਵੀ ਬੇਟਾ ਲਿਖ ਸਕਦੇ ਹੋ। ਨੈਕਸਟ ਹੈ ਬੱਚੇ, yogis achieve this by turning their ਥੋਟਸ ਇਨਵਰਡ ਅਵੇ ਫਰੋਮ ਦਾ ਆਬਜੈਕਟਿਵ ਵਰਲਡ। ਜਿਹੜੇ ਯੋਗੀਜ਼ ਹੈ, ਯੋਗਾ ਨੂੰ ਪ੍ਰੈਕਟਿਸ ਕਰਦੇ ਹੈ, ਉਹ ਬਾਹਰੀ ਦੁਨੀਆ ਤੋਂ ਪਰਾਂ ਹੋ ਕੇ ਅੰਦਰਲੀ ਦੁਨੀਆ ਵੱਲ ਨੂੰ, ਮਤਲਬ ਆਪਦੇ ਆਪ ਨੂੰ ਜਿਹੜੇ ਹੈਗੇ ਖੋਜਦੇ ਹੈ। ਬਾਈ ਯੋਗਾ ਲਾਈਫ ਇਜ਼ ਸੋ ਆਰਗੇਨਾਈਜ਼ਡ ਐਂਡ ਸੋ ਸੈਟਿਸਫਾਈਂਗ ਦੈਟ ਇਟ ਇਜ਼ in its twilight a person will be content to let go without regret। ਜੇ ਅਸੀਂ ਯੋਗਾ ਰੈਗੂਲਰਲੀ ਕਰਦੇ ਹਾਂ ਤਾਂ ਸਾਨੂੰ ਕਿਸੇ ਕਿਸਮ ਦਾ ਕੋਈ ਰਿਗਰੈਟ, ਕੋਈ ਪਛਤਾਵਾ ਨਹੀਂ ਆਊਗਾ। ਯੋਗਾ ਇੱਕ ਰੀ-ਐਜੂਕੇਸ਼ਨ ਹੈ ਕਿਸ ਚੀਜ਼ ਦੀ? ਵਨਸ ਮੈਂਟਲ ਪ੍ਰੋਸੈਸ ਅਲੋਂਗ ਵਿਦ ਫਿਜ਼ੀਕਲ। ਸਾਡੀ ਮਾਈਂਡ ਵੀ ਪ੍ਰੋਸੈਸ ਕਰਦਾ ਹੈ ਅਤੇ ਫਿਜ਼ੀਕਲੀ ਵੀ। ਹੁਣ ਯੋਗਾ ਕੀ ਹੈ? ਯੋਗਾ ਦ ਲਿਟਰਲ ਮੀਨਿੰਗ ਆਫ ਵਰਡ ਯੋਗਾ ਇਜ਼ ਯੋਕ। ਲਿਟਰਲ ਮਤਲਬ ਜੋ ਅਸੀਂ
किताबी डिक्शनरी मीनिंग देख लीए. इट मीन्स फॉर यूनाइटिंग द इंडिविजुअल स्पिरिट विद द यूनीवर्सल स्पिरिट और गॉड. किसी नाल जुड़ना, उस परमात्मा नाल जुड़ना. ਤਾਂ ਹੁਣ ਵਰਡ ਯੋਗਾ ਕਿੱਥੋਂ ਲਿੱਤਾ ਗਿਆ ਹੈ? ਸੰਸਕ੍ਰਿਤ ਦੇ ਯੁਜ ਭਾਸ਼ਾ ਤੋਂ, ਯੁਜ ਸ਼ਬਦ ਤੋਂ ਲਿੱਤਾ ਗਿਆ, ਜਿਸ ਦਾ ਮਤਲਬ ਹੈ ਟੂ ਜੁਆਇਨ, ਟੂ ਅਟੈਚ, ਜੁੜਨਾ, ਬਾਈਂਡ ਐਂਡ ਯੋਗ, ਮਤਲਬ ਕੌਨਸਨਟਰੇਟ ਕਰਨਾ, ਵਨਸ ਅਟੈਂਸ਼ਨ ਔਨ. ਇਟ ਆਲਸੋ ਮੀਨਸ ਯੂਨੀਅਨ, ਮਤਲਬ ਯੂਨੀਅਨ, ਜੁੜਨਾ. ਯੋਗਾ ਇਜ਼ ਅ ਟਰੂ ਯੂਨੀਅਨ ਆਫ ਆਵਰ ਵਿਲ ਐਂਡ ਵਿਦ ਦ ਵਿਲ ਆਫ ਗੋਡ. ਉਸ ਪਰਮਾਤਮਾ ਨਾਲ ਮਿਲਾਪ, ਜੋ ਮੈਂ ਆਲਰੇਡੀ ਦੱਸ ਚੁੱਕੀ ਹਾਂ. ਹੁਣ ਇਹ ਵੱਖਰੀਆਂ ਵੱਖਰੀਆਂ ਡੈਫੀਨੇਸ਼ਨਸ ਹੈ. ਮਹਾਦੇਵ ਦੇਸਾਈ ਨੇ says in his introduction to the Gita, and according to Gandhi, the yoking of all the parts of body, the mind, the emotion, the will, with which that yoga presupposes. ਜਿਹੜਾ ਕਿ ਯੋਗਾ ਸਾਨੂੰ ਕਰਵਾਉਂਦਾ ਹੈ, ਸਾਡਾ ਮਨ, ਸਾਡੀ ਬੋਡੀ, ਸਾਡਾ ਦਿਮਾਗ, ਸਾਡੀ ਆਤਮਾ ਜੁੜਦੀ ਹੈ. ਇਟ ਮੀਨਸ pose of the soul which enables one to look at life in all its aspects evenly. ਤਾਂ ਯੋਗਾ ਹੈ ਕੀ ਹੈ? ਇਹ ਮੋਕਸ਼ ਦੀ, ਲਿਬਰੇਸ਼ਨ ਦੇ ਰਸਤੇ ਵੱਲ ਸਾਨੂੰ ਲੈ ਕੇ ਜਾਂਦਾ ਹੈ. ਇਹ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ. ਤਾਂ ਨੈਕਸਟ, ਅਕੋਰਡਿੰਗ ਟੂ ਕਠੋਪਨਿਸ਼ਦ, ਇਹਦਾ ਕੀ ਮਤਲਬ ਹੈ? ਵੈਨ ਦ ਸੈਂਸਿਸ ਆਰ ਸਟਿਲਡ, ਵੈਨ ਦ ਮਾਈਂਡ ਇਜ਼ ਐਟ ਰੈਸਟ. ਠੀਕ ਹੈ, ਜਦੋਂ ਸਾਡੀਆਂ ਸੈਂਸਿਸ ਰੁਕ ਜਾਂਦੀਆਂ, ਦਿਮਾਗ ਸ਼ਾਂਤ ਹੋ ਜਾਂਦਾ ਹੈ. ਵੈਨ ਦ ਇੰਟਲੈਕਟ ਵੇਵਰਸ ਨੋਟ, ਸਾਡੀ ਇੰਟਲੈਕਟ, ਸਾਡੀ ਬੁੱਧੀ ਵੀ, ਸਾਡਾ ਮਾਈਂਡ ਵੀ ਕੁਝ ਸੋਚਦਾ ਨਹੀਂ ਹੈ ਵੀ ਕੀ ਕਰਨਾ ਕੀ ਨਹੀਂ ਕਰਨਾ. ਦੈਨ ਸੇ ਦ ਵਾਈਜ਼ ਇਜ਼ ਰੀਚ ਦ ਹਾਈਐਸਟ ਸਟੇਜ. ਉਹੀ ਸਟੇਜ ਹੈ ਜਿੱਥੇ ਅਸੀਂ, ਸਭ ਤੋਂ ਉੱਚੀ ਸਟੇਜ ਹੈ ਜਿੱਥੇ ਅਸੀਂ ਪਹੁੰਚ ਜਾਂਦੇ ਹਾਂ. ਦਿਸ ਸਟੇਡੀ ਕੰਟਰੋਲ ਆਫ ਦ ਸੈਂਸਿਸ ਐਂਡ ਮਾਈਂਡ ਹੈਜ਼ ਬੀਨ ਡਿਫਾਈਨਡ ਐਜ਼ ਯੋਗਾ. ਅਤੇ ਇਹੀ ਰੁਕਣਾ, ਇਸ ਰੁਕਣਾ ਨੂੰ, ਸਾਡਾ ਦਿਲ ਦਿਮਾਗ ਸ਼ਾਂਤ ਹੋ ਜਾਂਦਾ ਹੈ, ਉਹਨੂੰ ਯੋਗਾ ਕਹਿੰਦੇ ਹੈ. ਹੀ ਹੂ ਅਟੇਨਸ ਇਟ ਇਜ਼ ਫਰੀ ਫਰੋਮ ਡਿਲਿਊਜ਼ਨ. ਅਤੇ ਜਿਹੜਾ ਇਹ ਕੰਡੀਸ਼ਨ ਅਚੀਵ ਕਰ ਲੈਂਦਾ ਹੈ, ਉਸ ਡਿਲਿਊਜ਼ਨ, ਭਰਮ ਤੋਂ ਦੂਰ ਹੋ ਜਾਂਦਾ ਹੈ. ਤਾਂ ਇਸ ਤਰੀਕੇ ਨਾਲ ਅਲੱਗ ਅਲੱਗ ਜੋ ਹੈ ਯੋਗਾ ਦੀਆਂ ਡੈਫੀਨੇਸ਼ਨਸ ਹੈ, ਜੋ ਵੀ ਤੁਸੀਂ ਤੁਹਾਨੂੰ ਸੌਖੀ ਲੱਗਦੀ ਤੁਸੀਂ ਬੇਟਾ ਇਹਦੇ 'ਚੋਂ ਕਰ ਸਕਦੇ ਹੋ. ਇਹ ਸਾਰੀਆਂ ਯੋਗਾ ਦੀਆਂ ਡੈਫੀਨੇਸ਼ਨ, ਸੌਰੀ, ਤੁਸੀਂ ਜਿਹੜੀ ਵੀ ਤੁਹਾਨੂੰ ਸੌਖੀ ਲੱਗਦੀ ਹੈ ਇਹਦੇ 'ਚੋਂ ਤੁਸੀਂ ਕਰ ਸਕਦੇ ਹੋ. ਚਾਹੇ ਭਗਵਦ ਗੀਤਾ ਦੇ ਅਕੋਰਡਿੰਗ, ਚਾਹੇ ਕਠੋਪਨਿਸ਼ਦ ਦੇ ਅਕੋਰਡਿੰਗ, ਚਾਹੇ ਤੁਸੀਂ ਮਹਾਦੇਵ ਦੇਸਾਈ ਨੇ ਜੋ ਵੀ ਆਪਣੇ ਇਹਦੇ ਬਾਰੇ ਕਿਹਾ ਹੈ, ਮੀਨਿੰਗ ਸੇਮ ਹੀ ਹੈ ਇਹਨਾਂ ਦਾ. ਇਸ ਲਈ ਕੋਈ ਵੀ ਇੱਕ ਡੈਫੀਨੇਸ਼ਨ ਤੁਸੀਂ ਇਸ 'ਚੋਂ ਯਾਦ ਕਰ ਸਕਦੇ ਹੋ. Now, what is the aim of yoga? Yoga the aim ਕੀ ਹੈ? The aim of yoga is to control over the mind. ਦਿਮਾਗ ਨੂੰ ਕੰਟਰੋਲ ਕਰਨਾ. A happy man is one who knows how to distinguish the real from the unreal, and the eternal from the transient, and the good from the bad. ਮਤਲਬ ਝੂਠ ਅਤੇ ਸੱਚ, ਠੀਕ ਹੈ, ਜਿਹੜਾ ਇੰਟਰਨਲ ਫਰੋਮ ਟ੍ਰਾਂਜ਼ੀਟ, ਮਤਲਬ ਕਿਹੜੀ ਚੀਜ਼ ਹਮੇਸ਼ਾ ਵਾਸਤੇ ਹੈ, ਕਿਹੜੀ ਚੀਜ਼ ਫॉर ਦਾ ਟਾਈਮਿੰਗ ਹੈ, ਕਿਹੜੀ ਚੀਜ਼ ਚੰਗੀ ਅਤੇ ਕਿਹੜੀ ਚੀਜ਼ ਮਾੜੀ ਹੈ. ਆਪਣੀ ਵਿਜ਼ਡਮ ਨਾਲ ਜਿਹੜਾ ਇਸ ਗੱਲ ਨੂੰ ਡਿਸਕ੍ਰਿਮੀਨੇਟ ਕਰ ਸਕੇ, ਉਹਦਾ ਭੇਦਭਾਵ ਕਰ ਸਕੇ, ਉਹੀ ਸਹੀ ਜਿਹੜਾ ਹੈਗਾ, ਜੋ ਇਨਸਾਨ ਖੁਸ਼ ਹੈ. ਇਨ ਭਗਵਦ ਗੀਤਾ, ਅਰਜੁਨ asked Shri Krishna ji yoga as a communion with Brahman, the universal spirit. ठीक है, सॉरी, ब्रह्मा ਦੇ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਕਿਹਾ ਹੈ ਯੋਗਾ ਕੀ ਹੈ? ਕਮਿਊਨੀਅਨ, ਮਿਲਾਪ ਹੈ ਉਸ ਬ੍ਰਹਮਾ ਜੀ ਨਾਲ, ਜਿਹੜੇ ਕਿ ਇੱਕ ਯੂਨੀਵਰਸਲ ਸਪਿਰਿਟ ਹੈ, ਇਸ ਯੂਨੀਵਰਸ ਨੂੰ ਬਣਾਉਣ ਵਾਲੀ ਹੈ. ਵਿਚ ਇਜ਼ ਐਵਰ ਵਨ. Since the mind is so restless and inconsistent, then how can this be permanent? तो जे साडा माइंड कंसिस्टेंट नहीं है, शांत नहीं है, ਅਸੀਂ ਟਿੱਕੇ ਨਹੀਂ ਬੈਠ ਰਹੇ, ਤਾਂ ਅਸੀਂ ਕਿਸ ਤਰੀਕੇ ਨਾਲ ਉਸ ਪਰਮ ਪਿਤਾ ਨਾਲ ਮਿਲਾਪ ਕਰ ਸਕਦੇ ਹਾਂ? ਤਾਂ ਇੱਥੇ ਯੋਗਾ ਕੀ ਹੈ? ਉਹਨਾਂ ਨੇ ਕਿਹਾ ਕਮਿਊਨੀਅਨ ਵਿਦ ਬ੍ਰਹਮਾ ਜੀ. The next one is, he says the mind is impetuous and stubborn, strong and willful, as difficult to harness as the wind. मतलब ਜਿਵੇਂ ਅਸੀਂ ਹਵਾ ਨੂੰ ਨਹੀਂ ਰੋਕ ਸਕਦੇ, ਉਵੇਂ ਅਸੀਂ ਆਪਣੇ ਮਾਈਂਡ ਨੂੰ ਨਹੀਂ ਰੋਕ ਸਕਦੇ. ਸਾਡਾ ਮਾਈਂਡ ਵੀ ਬਹੁਤ ਜ਼ਿੱਦੀ ਹੈ, ਕਿਤੇ ਨਾ ਕਿਤੇ ਦੌੜਦਾ ਹੀ ਦੌੜਦਾ ਹੈ. ਪਰ ਯੋਗਾ ਇੱਕ ਇਹੋ ਜਿਹਾ ਜੋ ਸਾਧਨ ਹੈ ਜਿਹਦੇ ਨਾਲ ਅਸੀਂ ਆਪਣੇ ਮਾਈਂਡ ਨੂੰ, ਆਪਣੇ ਦਿਮਾਗ ਨੂੰ, ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ. ਦੇਰ ਆਰ ਡਿਫਰੈਂਟ ਪਾਥਸ ਬਾਈ ਵਿਚ ਅ ਮੈਨ ਟਰੈਵਲ. ਬਹੁਤ ਅਲੱਗ-ਅਲੱਗ ਰਸਤੇ ਹੈ ਜਿਸ 'ਤੇ ਇੱਕ ਇਨਸਾਨ ਤੁਰਦਾ ਹੈ. ਦ ਕਾਮਨ ਮੈਨ ਫਾਈਂਡਸ ਰਿਅਲਾਈਜੇਸ਼ਨ ਥਰੂ ਕਰਮਾ. Yoga is
in which a man realizes his own divinity through work and duty. एक आम इंसान ਕੰਮ ਕਰਕੇ ਆਪਣੀ ਡਿਊਟੀ ਕਰਕੇ ਜੋ ਸ਼ਾਂਤੀ ਮਹਿਸੂਸ ਕਰਦਾ ਹੈ। A man who works selflessly for the welfare of others with love in his heart. ਲਵ ਐਂਡ ਸੈਲਫਲੈਸ ਸਰਵਿਸ ਇਜ਼ ਹੋਲੀ। ਜੇ ਉਸ ਲਵ ਅਤੇ ਪਿਆਰ ਨਾਲ ਅਤੇ ਸੈਲਫਲੈਸ ਮਤਲਬ ਜੋ ਸੈਲਫ ਸਟੈਂਡਰਡ ਹੋ ਕੇ ਕੰਮ ਨਹੀਂ ਕਰਦਾ ਉਹੀ ਪਵਿੱਤਰ ਮੰਨਿਆ ਜਾਂਦਾ ਹੈ। ਦੋਜ਼ ਹੂ ਮੀਟ ਸੱਚ ਪੀਪਲ ਬਿਕਮ ਕਾਮ ਐਂਡ ਪਿਊਰੀਫਾਈਡ। ਅਤੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਮਿਲਦੇ ਉਹ ਸ਼ਾਂਤ ਅਤੇ ਪਿਊਰੀਫਾਈ ਹੁੰਦੇ ਹੈ। ਸਾਡਾ ਮਾਈਂਡ ਹੀ ਸਾਡਾ ਸਾਰੀਆਂ ਸੈਂਸਿਸ ਦਾ ਰਾਜ ਹੈ। ਜੇ ਅਸੀਂ ਮਾਈਂਡ 'ਤੇ ਕੌਂਕਰ ਕਰ ਲਿਆ, ਜਿੱਤ ਪ੍ਰਾਪਤ ਕਰ ਲਈ, ਤਾਂ ਸਾਡਾ ਅਸੀਂ ਹਰ ਪੈਸ਼ਨ 'ਤੇ ਜਿੱਤ ਪ੍ਰਾਪਤ ਕਰ ਲਈ। ਦੈਟ ਮੈਨ ਇਜ਼ ਫਿਟ ਫॉर ਰਾਜਯੋਗ, ਦ ਰੋਇਲ ਯੂਨੀਅਨ ਵਿਦ ਦ ਯੂਨੀਵਰਸਲ ਸਪਿਰਿਟ ਇਫ ਵੀ ਹੈਵ ਕੰਟਰੋਲ ਆਰ ਮਾਈਂਡ। ਜੇ ਅਸੀਂ ਮਾਈਂਡ ਨੂੰ ਕੰਟਰੋਲ ਕਰ ਲਿਆ ਤਾਂ ਮਤਲਬ ਅਸੀਂ ਰੋਇਲ ਯੂਨੀਅਨ ਮਤਲਬ ਅਸੀਂ ਰਾਜ ਯੋਗ ਨੂੰ ਪ੍ਰਾਪਤ ਕਰ ਲਿਆ। ਅਸੀਂ ਸਾਰੀਆਂ ਤਰ੍ਹਾਂ ਦੀਆਂ ਆਪਣੀਆਂ ਸੈਂਸਿਸ ਨੂੰ ਕੰਟਰੋਲ ਕਰ ਸਕਦੇ ਹਾਂ ਵਿਦ ਦ ਹੈਲਪ ਆਫ ਯੋਗਾ। ਤਾਂ 8 ਤਰ੍ਹਾਂ ਦੇ ਸਟੇਜਸ ਹੈ ਯੋਗਾ ਦੇ। ਟੂ ਸਿਕਿਉਰ ਪਿਓਰਿਟੀ ਆਫ ਬੋਡੀ ਮਾਈਂਡ ਐਂਡ ਸੋਲ। ਆਪਣੀ ਬੋਡੀ ਮਾਈਂਡ ਅਤੇ ਸੋਲ ਨੂੰ ਪਿਓਰ ਕਰਨ ਦੇ ਲਈ 8 ਤਰ੍ਹਾਂ ਦੇ ਯੋਗਾ। ਯਮਾ, ਨਿਯਮਾ, ਆਸਨਾ, ਪ੍ਰਾਣਾਯਾਮਾ, ਪ੍ਰਤਿਹਾਰਾ, ਧਾਰਨਾ, ਧਿਆਨਾ, ਸਮਾਧੀ। ਇਹ ਬੱਚੇ BA ਸੈਕੰਡ ਈਅਰ ਦੀ ਫਿਜ਼ੀਕਲ ਐਜੂਕੇਸ਼ਨ ਦੀ ਬੁੱਕ ਹੈ, ਮਾਡਰਨ ਟੈਕਸਟ ਬੁੱਕ ਆਫ ਫਿਜ਼ੀਕਲ ਐਜੂਕੇਸ਼ਨ, ਹੈਲਥ ਐਂਡ ਸਪੋਰਟਸ ਬਾਈ ਅਜਮੇਰ ਸਿੰਘ, ਜਗਦੀਸ਼ ਬੈਂਸ, ਜਗਤਾਰ ਸਿੰਘ ਗਿੱਲ, ਰਜਪਾਲ ਸਿੰਘ। ਇਹਨਾਂ ਸਭ ਦੀ ਜੁਆਇੰਟ ਵੈਂਚਰ ਦੇ ਵਿੱਚ ਲਿਖੀ ਹੋਈ ਇਹ ਬੁੱਕ ਹੈ ਜਿਸ ਤੋਂ ਮੈਂ ਇਹ ਟੀਚ ਕਰ ਰਹੀ ਹਾਂ। ਸਿੰਪਲ ਲੈਂਗੁਏਜ ਦੇ ਤੁਹਾਨੂੰ ਮੈਂ ਇਸ ਬੁੱਕ ਦੀ ਵਰਡਿੰਗ ਸਮਝਾ ਰਹੀ ਹਾਂ। ਤਾਂ ਸੋਸ਼ਲ ਡਿਸਿਪਲਿਨ। ਯਮਾ ਮੀਨਸ ਰੈਸਟ੍ਰੇਂਟ ਔਰ ਐਬਸਟੈਂਸ਼ਨ। ਇਟ ਹੈਜ਼ 5 ਮੋਰਲ ਪ੍ਰੈਕਟਿਸ। ਇਹ ਕੀ ਹੈ? ਯਮਾ ਮਤਲਬ ਸੋਸ਼ਲ ਡਿਸਿਪਲਿਨ। ਤੁਸੀਂ ਆਪਣੇ ਆਪ ਨੂੰ ਰੋਕਣਾ ਕਿਵੇਂ ਹੈ, ਠੀਕ ਹੈ, ਕੰਟਰੋਲ ਕਿਵੇਂ ਕਰਨਾ ਹੈ। ਨੋਨ ਵਾਇਲੈਂਸ, ਅਹਿੰਸਾ ਨਹੀਂ ਕਰਨੀ, ਲੜਾਈ ਨਹੀਂ, ਕਿਸੇ ਨੂੰ ਮਾਰਨਾ ਨਹੀਂ ਹੈ, ਮੈਂਟਲੀ ਜਾਂ ਫਿਜ਼ੀਕਲੀ ਟਾਰਚਰ ਨਹੀਂ ਕਰਨਾ, ਬੋਲ ਕੇ ਐਕਸ਼ਨ ਨਾਲ। ਟਰੁਥਫੁਲਨੈਸ, ਸੱਤਿਆ ਮਤਲਬ ਸੱਚ ਬੋਲਣਾ ਹੈ ਹਮੇਸ਼ਾ। ਜੋ ਆਪਣੇ ਔਰਗਨਸ ਨੂੰ ਆਪਣੀ ਬੋਡੀ ਨੂੰ ਹਮੇਸ਼ਾ ਜੋ ਪ੍ਰੈਜ਼ੈਂਟ ਕਰਨਾ ਹੈ ਪ੍ਰੈਜੈਂਟੇਸ਼ਨ ਆਫ ਅ ਮੈਟਰ ਐਜ਼ ਅ ਪਰਸੀਵਡ ਵਿਦ ਦ ਹੈਲਪ ਆਫ ਦ ਸੈਂਸ ਔਰਗਨਸ। ਜੋ ਤੁਸੀਂ ਦੇਖਿਆ, ਜੋ ਸਮਝਿਆ, ਸਹੀ ਤਰੀਕੇ ਨਾਲ ਪੇਸ਼ ਕਰਨਾ ਹੈ। ਨੋਨ ਸਟੀਲਿੰਗ means not to covet and acquire physically, mentally or by speech others' possession। ਕਿਸੇ ਦੀਆਂ ਚੀਜ਼ਾਂ 'ਤੇ ਜੋ ਹੈ ਹੱਕ ਨਹੀਂ ਜਮਾਉਣਾ। ਜੋ ਚੀਜ਼ ਤੁਹਾਡੀ ਹੈ ਸਿਰਫ ਉਹੀ ਤੁਹਾਡੀ ਹੈ। ਸੈਲੀਬੈਸੀ, ਮੋਡਰੇਸ਼ਨ ਇਨ ਸੈਕਸ ਮੀਨਸ ਬ੍ਰਹਮਚਾਰਿਆ। ਬ੍ਰਹਮਚਾਰਿਆ ਡਜ਼ ਨਾਟ ਮੀਨ ਲਾਈਫ ਲੌਂਗ ਸੈਲੀਬੈਸੀ। ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਹਮੇਸ਼ਾ ਸੈਲੀਬੈਸੀ ਨੂੰ ਪ੍ਰੈਕਟਿਸ ਕਰਨਾ ਹੈ। ਯੂ ਕੈਨ ਹੈਵ ਦ ਰਿਲੇਸ਼ਨਸ਼ਿਪ ਬਟ ਮੋਡਰੇਸ਼ਨ ਹੋਣੀ ਚਾਹੀਦੀ ਹੈ ਇਨ ਮੈਰਿਡ ਕਪਲਸ ਆਲਸੋ ਇਨ ਮੇਕਿੰਗ ਦ relationships। Non-acquisitiveness means abandoning wealth and means of sexual pleasure। ਤੇ ਕਿਸ ਚੀਜ਼ ਨੂੰ ਛੱਡਣਾ ਹੈ? ਅਬੰਡਨ ਕਰਨਾ ਹੈ। ਅਬੰਡਨ ਮੀਨਸ ਛੱਡਣਾ ਹੈ ਵੈਲਥ ਨੂੰ, ਠੀਕ ਹੈ, ਅਤੇ ਫਿਜ਼ੀਕਲ ਅਟਰੈਕਸ਼ਨ ਨੂੰ ਛੱਡਣਾ ਹੈ। ਦੈਨ ਨਿਯਮਾ ਮਤਲਬ ਇੰਡੀਵਿਜੂਅਲ ਡਿਸਿਪਲਿਨ। ਹਰ ਚੀਜ਼ ਨਿਯਮ ਦੇ ਵਿੱਚ ਕਰਨੀ ਹੈ। ਫਿਜ਼ੀਕਲੀ ਐਂਡ ਮੈਂਟਲੀ ਜੋ ਹੈ ਕਲੀਨਨੈਸ ਹੋਣੀ ਚਾਹੀਦੀ ਹੈ। ਇੰਟਰਨਲ ਐਜ਼ ਵੈਲ ਐਜ਼ ਐਕਸਟਰਨਲ ਪਿਊਰੀਫਿਕੇਸ਼ਨ ਹੋਣੀ ਚਾਹੀਦੀ ਹੈ ਬੋਡੀ ਦੀ, ਮਾਈਂਡ ਦੀ। ਦੈਨ ਕੰਟੈਂਟਮੈਂਟ, ਸੰਤੋਸ਼ ਹੋਣਾ ਚਾਹੀਦਾ ਤੁਹਾਡੇ ਮਨ ਦੇ ਵਿੱਚ। ਸੈਟਿਸਫੈਕਸ਼ਨ। ਕੰਜੀਨੀਅਲ ਮਤਲਬ ਬਹੁਤ ਸ਼ਾਂਤਮਈ ਜਿਹੜਾ ਹੈਗਾ ਐਟਮੋਸਫੇਅਰ ਆਪਣੇ ਮਨ ਦੇ ਵਿੱਚ ਰੱਖਣਾ ਹੈ। ਔਸਟੈਰਿਟੀ ਮਤਲਬ ਪਿਨਾਸ, ਤਪੱਸਿਆ ਕਰਨੀ ਹੈ, ਪ੍ਰੈਕਟਿਸ ਕਰਨੀ ਹੈ, ਤਾਂ ਹੀ ਤੁਹਾਡੇ ਮਨ ਦੇ ਵਿੱਚ ਪਿਓਰਿਟੀ, ਤੁਹਾਡੇ ਮਨ, ਥਾਟ, ਸਪੀਚ, ਐਕਸ਼ਨ ਦੇ ਵਿੱਚ ਪਿਓਰਿਟੀ ਆ ਸਕਦੀ ਹੈ। ਸੈਲਫ ਸਟੱਡੀ। ਸਵਾਧਿਆ ਮਤਲਬ ਐਕਸਚੇਂਜ ਆਫ ਥਾਟਸ ਇਨ ਆਰਡਰ ਟੂ ਸਿਕਿਉਰ ਪਿਓਰਿਟੀ ਇਨ ਥਾਟ ਐਂਡ ਅਕੰਪਲਿਸ਼ ਨੌਲੇਜ। ਉਸ ਤੋਂ ਬਾਅਦ ਸਰੈਂਡਰ ਟੂ ਗੋਡ। ਆਪਣੇ ਆਪ ਨੂੰ ਉਸ ਈਸ਼ਵਰ ਪ੍ਰਮਿਧਾਨਾ ਮਤਲਬ ਉਸ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ, ਆਪਣੀ ਸਾਰੀ ਐਕਸ਼ਨ ਨੂੰ ਉਸ 'ਤੇ ਛੱਡ ਦੇਣਾ। ਦੈਨ ਥਰਡ ਵਨ ਇਜ਼ ਆਸਨਾ ਮਤਲਬ ਪੋਸਚਰ। ਵੱਖਰੇ ਵੱਖਰੇ ਪੋਸਚਰਸ ਹੈ ਜੋ ਕਿ ਅਸੀਂ ਅਗਲੀ ਵੀਡੀਓ ਦੇ ਵਿੱਚ, ਨੈਕਸਟ ਵੀਕ ਦੇ ਵਿੱਚ ਇੰਗਲਿਸ਼ ਦੇ ਵਿੱਚ ਹੀ ਡਿਸਕਸ ਕਰਾਂਗੇ। ਹੋਲਡਿੰਗ ਦ ਬੋਡੀ ਇਨ ਅ ਪਰਟੀਕੂਲਰ ਪੋਸਚਰ ਟੂ ਬ੍ਰਿੰਗ ਸਟੇਬਿਲਿਟੀ ਟੂ ਦ ਬੋਡੀ ਨੂੰ ਸਟੈਬਿਲਿਟੀ ਦੇਣ ਦੇ ਲਈ ਕਿਸੇ ਵੀ ਪੋਸਚਰ ਦੇ ਵਿੱਚ ਸ਼ਵ ਆਸਨ, ਵਜਰ ਆਸਨ, ਤਾੜ ਆਸਨ, ਹਲ ਆਸਨ, ਉਸ ਦੇ ਵਿੱਚ ਖੜ੍ਹੇ ਹੋ ਜਾਣਾ ਤਾਂ ਕਿ ਤੁਹਾਡੀ ਬੋਡੀ ਫਰਮ ਹੋ ਸਕੇ, ਮਜ਼ਬੂਤ ਹੋ ਸਕੇ। ਦੈਨ ਨੈਕਸਟ ਵਨ ਇਜ਼ ਬ੍ਰੈਥ ਕੰਟਰੋਲ। Pranayama, practice of pranayama is to stimulate, regulate and harmonize vital energy of the body।
ਤਾਂ ਤੁਸੀਂ ਬੋਡੀ ਨੂੰ ਆਪਣੀ ਜੋ ਰੈਗੂਲੇਟ ਕਰ ਸਕਦੇ ਹੋ, ਹਾਰਮੋਨਾਈਜ਼ ਮਤਲਬ ਬੈਲੈਂਸ ਕਰ ਸਕਦੇ ਹੋ। ਫੋਰ ਐਗਜ਼ਾਮਪਲ ਐਜ਼ ਅ ਬਾਥ ਇਜ਼ ਰਿਕੁਆਇਰਡ ਫॉर ਪਿਉਰੀਫਾਈਂਗ ਅ ਬੋਡੀ, ਜੇ ਤੁਹਾਡੇ ਬੋਡੀ ਨੂੰ ਸਾਫ਼ ਕਰਨ ਦੇ ਲਈ ਨਹਾਉਣਾ ਜ਼ਰੂਰੀ ਹੈ ਤਾਂ ਪ੍ਰਾਣਾਯਾਮਾ ਕਿਸ ਚੀਜ਼ ਲਈ ਜ਼ਰੂਰੀ ਹੈ? ਤੁਹਾਡੇ ਮਾਈਂਡ ਨੂੰ ਸਾਫ਼ ਕਰਨ ਦੇ ਲਈ ਪ੍ਰਾਣਾਯਾਮਾ ਜ਼ਰੂਰੀ ਹੈ। ਤਾਂ ਇਸ ਦੀ ਇੱਕ ਡਿਟੇਲ ਪੰਜਾਬੀ ਦੇ ਵਿੱਚ ਵੀਡੀਓ ਮੈਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਕੇ ਐਗਜ਼ਾਮਪਲਸ ਦੇ ਕੇ ਪਾਈ ਹੋਈ ਹੈ, ਟਾਈਪਸ ਇਹਦੀਆਂ ਤੁਸੀਂ ਪੜ੍ਹ ਸਕਦੇ ਹੋ। ਇਸੇ ਵੀਡੀਓ ਦੇ ਵਿੱਚ ਇਸੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕੁਛ ਐਸੈਂਸ ਕਵਰ ਕਰ ਲਈਏ। ਤਾਂ ਪ੍ਰਾਣਾਯਾਮਾ ਦੇ ਵੀ ਟਾਈਪਸ ਅਸੀਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਗੇ ਹੈ ਪ੍ਰਤਿਹਾਰਾ, ਡਿਸਿਪਲਿਨ ਆਫ ਦ ਸੈਂਸਿਸ, ਦ ਐਕਸਟ੍ਰੋਵਰਸ਼ਨ ਆਫ ਦ ਸੈਂਸ ਆਰਗਨਸ ਡਿਊ ਟੂ ਦੇਅਰ ਹੈਂਕਰਿੰਗ ਆਫ ਆਫਟਰ ਵਰਡਲੀ ਆਬਜੈਕਟਸ, ਮਤਲਬ ਆਪਣੀਆਂ ਸੈਂਸਿਸ 'ਤੇ ਕੰਟਰੋਲ ਰੱਖਣਾ ਹੈ। ਦੈਨ ਨੈਕਸਟ ਹੈ ਧਰਨਾ, ਮਤਲਬ concentration, ਧਾਰਨਾ। ਇਟ ਮੀਨਸ ਫੋਕਸਿੰਗ ਦ ਪਿਓਰ ਮਾਈਂਡ ਆਫ ਵਨਸ ਪਰਸਨਲ ਡਾਇਟੀ, ਆਪਣੇ ਉਸ ਪਰਮਾਤਮਾ ਵੱਲ ਧਿਆਨ ਧਾਰਨਾ ਹੈ। ਦ ਪ੍ਰੈਕਟਿਸ ਆਫ ਧਾਰਨਾ ਹੈਲਪਸ ਦ ਮਾਈਂਡ ਟੂ ਕੌਨਸਨਟਰੇਟ ਔਨ ਦ ਪਰਟੀਕੂਲਰ ਆਬਜੈਕਟ। ਜੇ ਅਸੀਂ ਇਸ ਦੀ ਪ੍ਰੈਕਟਿਸ ਕਰਦੇ ਹਾਂ ਤਾਂ ਅਸੀਂ ਬਹੁਤ ਜ਼ਿਆਦਾ ਕੌਨਸਨਟਰੇਟ ਕਰ ਸਕਦੇ ਇੱਕ ਪਰਟੀਕੂਲਰ ਆਬਜੈਕਟ 'ਤੇ। ਦੈਨ ਹੈ ਮੈਡੀਟੇਸ਼ਨ, ਧਿਆਨਾ। ਵੈਨ ਵਨ ਸਸਟੇਨਸ ਐਂਡ ਮੇਨਟੇਨਸ ਦਾ ਫੋਕਸ ਅਟੈਂਸ਼ਨ ਥਰੂ ਧਾਰਨਾ ਅਨਬਾਊਂਡ ਬਾਈ ਟਾਈਮ ਐਂਡ ਸਪੇਸ, ਇਟ ਬਿਕਮਸ ਧਿਆਨਾ। ਜੇ ਅਸੀਂ ਜੋ ਹੈ ਕੌਨਸਨਟਰੇਟ ਕਰਨ ਲੱਗ ਜਾਂਦੇ ਹਾਂ ਤਾਂ ਹੌਲੀ ਹੌਲੀ ਉਹ ਸਟੇਜ ਸਾਡੀ ਮੈਡੀਟੇਸ਼ਨ ਦੇ ਵਿੱਚ ਵੀ ਕਵਰ ਹੋ ਜਾਂਦੀ ਹੈ। ਦੈਨ ਸਮਾਧੀ, ਫਿਰ ਜਦੋਂ ਅਸੀਂ ਇਹ ਸਾਰੀਆਂ ਸਟੇਜਿਸ ਕਵਰ ਕਰ ਲੈਂਦੇ ਹਾਂ ਤਾਂ ਅਸੀਂ ਸੈਲਫ ਰਿਅਲਾਈਜ਼ ਕਰ ਲੈਂਦੇ ਹਾਂ, ਅਸੀਂ ਸਮਾਧੀ ਲਗਾਉਣ ਲੱਗ ਜਾਂਦੇ ਹਾਂ, ਅਸੀਂ ਇੰਟਰਨਲੀ ਬਹੁਤ ਜ਼ਿਆਦਾ ਇਮਰਸ ਹੋ ਜਾਂਦੇ ਹਾਂ, ਪਿਓਰ ਹੋ ਜਾਂਦੇ ਹਾਂ ਅਤੇ ਅਸੀਂ ਸੁਪਰੀਮ ਹੈਪੀਨੈਸ ਵੱਲ ਚਲੇ ਜਾਂਦੇ ਹਾਂ। ਠੀਕ ਹੈ, ਤਾਂ ਸਮਾਧੀ ਇਜ਼ ਅ ਕਲਾਈਮੈਕਸ ਆਫ ਧਿਆਨਾ। ਸਮਾਧੀ ਕੀ ਹੈ? ਤੋੜ ਹੈ, ਮਤਲਬ ਬਿਲਕੁਲ ਕਲਾਈਮੈਕਸ ਹੈ ਕਿਸ ਚੀਜ਼ ਦਾ? ਧਿਆਨ ਦਾ। ਹੁਣ ਟਾਈਪਸ ਆਫ ਯੋਗਾ, ਡਿਫਰੈਂਟ ਟਾਈਪਸ ਆਫ ਯੋਗਾ, ਕਰਮ ਯੋਗਾ, ਯੋਗਾ ਆਫ ਐਕਸ਼ਨ, ਦੈਨ ਉਸ ਜਨਾਨ ਯੋਗਾ, ਯੋਗਾ ਆਫ ਨੌਲੇਜ ਐਂਡ ਵਿਜ਼ਡਮ, ਦੈਨ ਹਠ ਯੋਗਾ, ਯੋਗਾ ਆਫ ਫਿਜ਼ੀਕਲ ਐਂਡ ਮੈਂਟਲ ਪਿਓਰਿਟੀ, ਮਤਲਬ ਤੁਹਾਡੀ ਫਿਜ਼ੀਕਲੀ ਅਤੇ ਮੈਂਟਲੀ ਤੁਸੀਂ ਸ਼ੁੱਧ ਹੁੰਦੇ ਹੋ। ਰਾਜ ਯੋਗਾ ਸਾਈਕਿਕ ਅਵੇਅਰਨੈਸ ਹੈ, ਤੁਹਾਡੇ ਸਾਈਕੋਲੋਜੀ ਮਨੋਵਿਗਿਆਨ ਦੇ ਉੱਪਰ। ਮੰਤਰ ਯੋਗਾ ਯੂਟੀਲਾਈਜ਼ਿੰਗ ਦ ਸੈਕਿੰਡ ਵਾਈਬ੍ਰੇਸ਼ਨ, ਫਰੀ ਤੁਹਾਡੀ ਮਾਈਂਡ ਨੂੰ ਜਿਹੜੀ ਹੈਗੀ ਹੈ ਫਰੀ ਕਰਨਾ, ਮੰਤਰ ਯੋਗਾ। ਲਯ ਯੋਗਾ ਮਤਲਬ ਇਜ਼ ਅ ਯੋਗਾ ਆਫ ਕੌਨਸ਼ੀਅਸ ਡੈਜ਼ੋਲੇਸ਼ਨ ਆਫ ਇੰਡੀਵਿਜੁਅਲਿਟੀ, ਆਪਣੀ ਇੰਡੀਵਿਜੁਅਲਿਟੀ ਨੂੰ ਖ਼ਤਮ ਕਰਨਾ। ਭਗਤੀ ਯੋਗਾ ਮਤਲਬ ਬਹੁਤ ਇੰਟੈਂਸ ਡਿਵੋਸ਼ਨ। ਹੁਣ ਇਹ ਸਾਰੀਆਂ ਕਰਮ ਯੋਗਾ ਦੇ ਮੀਨਿੰਗ ਅੱਗੋਂ ਕਿਸ ਤਰੀਕੇ ਨਾਲ ਇਹ ਵਰਕ ਕਰਦੇ ਹੈ ਉਹ ਅਸੀਂ ਕਰਾਂਗੇ ਬਰੀਫ ਦੇ ਵਿੱਚ ਹੀ। ਕਰਮ ਯੋਗਾ ਇੱਕ ਫਸਟ ਯੋਗਾ ਜਿਹੜਾ ਕਿ ਜ਼ਰੂਰੀ ਹੈ ਸਮਝਣ ਦੇ ਲਈ ਯੋਗਾ ਦੀ ਪਰਫੈਕਸ਼ਨ ਨੂੰ। ਕਰਮ ਯੋਗਾ ਇਜ਼ ਵਨ ਆਫ ਦਾ ਮੇਨ ਐਸਪੈਕਟ ਆਫ ਯੋਗਾ। ਕਰਮਾ ਕੈਨ ਬੀ ਡਿਫਾਈਨਡ ਐਜ਼ ਐਕਸ਼ਨ। ਕਰਮ ਯੋਗਾ ਕੀ ਹੈ? ਐਕਸ਼ਨ ਹੈ ਵਿਚ ਐਵਰੀਵਨ ਪਰਫੋਰਮਸ ਵੈਦਰ ਕੌਨਸ਼ੀਅਸਲੀ ਅਤੇ ਅਨਕੌਨਸ਼ੀਅਸਲੀ। ਜਦੋਂ ਅਸੀਂ ਕਰਮ ਯੋਗਾ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ it means that only action that is performed with a meditative awareness. Laws of karma govern each and every aspect of creation. It is knowledge which one experience, ਜਿਹੜਾ ਅਸੀਂ experience ਕਰਦੇ ਹਾਂ, ਸਾਡਾ mind experience ਕਰਦਾ ਹੈ। ਕਰਮਾ ਮੀਨਸ ਪ੍ਰਾਈਮਲ ਸੀਡ ਆਫ ਡਿਜ਼ਾਇਰ, ਮਤਲਬ ਅਸੀਂ ਬਹੁਤ ਜ਼ਿਆਦਾ ਡਿਜ਼ਾਇਰ ਦਾ ਬੀਜ ਹੈ। ਦ ਪ੍ਰਾਈਮਲ ਸੀਡ ਆਫ ਡਿਜ਼ਾਇਰ ਗਾਈਡਸ ਅ ਡੈਸਟਨੀ, ਅਤੇ ਇਹੀ ਸਾਡੀ ਡੈਸਟਨੀ ਨੂੰ ਡਿਸਾਈਡ ਕਰਦਾ ਹੈ, ਸਾਡੀ ਸੋਚ, ਸਾਡੇ ਐਕਸ਼ਨ, ਸਾਡੇ ਬਿਹੇਵੀਅਰ ਨੂੰ ਡਿਸਾਈਡ ਕਰਦਾ ਹੈ। ਤਾਂ ਕਰਮ ਯੋਗਾ ਦਾ ਮੋਟੋ ਕੀ ਹੈ? ਦਾ ਮੋਟੋ ਆਫ ਕਰਮਾ ਯੋਗਾ ਇਜ਼ ਗਿਵ ਗਿਵ ਗਿਵ। ਤਾਂ ਅਸੀਂ ਦੇਣਾ ਹੈ, ਨਾ ਕਿ ਨੋਟ ਟੇਕ ਟੇਕ ਟੇਕ। ਵੀ ਹੈਵ ਟੂ ਗਿਵ ਓਨਲੀ, ਨੋਟ ਟੂ ਟੇਕ। ਤਾਂ ਕਰਮ ਯੋਗਾ ਮੀਨਸ ਅਸੀਂ ਸਿਰਫ ਕਰਮ ਕਰਨਾ ਹੈ ਅਤੇ ਫਲ ਦੀ ਇੱਛਾ ਨਹੀਂ ਰੱਖਣੀ। ਐਕਸ਼ਨ ਗਾਈਡ ਆਵਰ ਲਾਈਫ ਵੈਦਰ ਵੀ ਵਿਸ਼ ਦੈਮ ਔਰ ਨੋਟ। ਐਕਸ਼ਨ ਹੀ ਸਾਡੀ ਲਾਈਫ ਨੂੰ ਗਾਈਡ ਕਰਦੇ ਹੈ। ਦ ਏਮ ਆਫ ਕਰਮ ਯੋਗਾ ਇਜ਼ ਟੂ ਲੀਡ ਵਨ ਇਨਟੂ ਅ ਮੈਡੀਟੇਟਿਵ ਸਟੇਟ ਆਫ ਅਵੇਅਰਨੈਸ। ਅਸੀਂ ਕਿੱਥੇ ਰਹਿਣਾ ਹੈ? ਮੈਡੀਟੇਟਿਵ, ਹਮੇਸ਼ਾ ਮੈਡੀਟੇਸ਼ਨ ਕਰਦੇ ਰਹਿਣਾ ਹੈ ਅਤੇ ਫਲ ਦੀ ਇੱਛਾ ਨਹੀਂ ਕਰਨੀ। ਇਸ ਨਾਲ ਸਾਡੀ ਬੋਡੀ ਪਰਸਨੈਲਿਟੀ ਇੰਪਰੂਵ ਹੁੰਦੀ ਹੈ। ਦੈਨ ਨੈਕਸਟ ਯੋਗਾ ਇਜ਼ ਜਨਨ ਯੋਗਾ ਇਜ਼ ਮੀਨਸ ਆਬਟੇਨ ਦਾ ਮੈਡੀਟੇਟਿਵ। ਅਸੀਂ ਕੀ ਕਰਨਾ ਹੈ? ਮੀਨਸ ਨੌਲੇਜ ਐਂਡ ਵਿਜ਼ਡਮ, ਦਸ ਇਟ ਇਜ਼ ਅ ਯੋਗਾ ਆਫ ਨੌਲੇਜ ਐਂਡ ਵਿਜ਼ਡਮ। ਅਸੀਂ ਵੱਧ ਤੋਂ ਵੱਧ ਗਿਆਨ ਲੈਣਾ ਹੈ, ਜਾਣਨਾ ਹੈ, ਵੱਧ ਤੋਂ ਵੱਧ ਨੌਲੇਜ ਲੈਣੀ ਹੈ। ਇਟ ਇਜ਼ ਅ ਪ੍ਰੋਸੈਸ ਆਫ ਮੈਡੀਟੇਟਿਵ ਅਵੇਅਰਨੈਸ ਵਿਚ ਬ੍ਰਿੰਗਸ ਅਸ ਕਲੋਜ਼ਰ ਟੂ ਅਵਰ ਇਨਰ ਨੇਚਰ। ਸਾਡੇ ਅੰਦਰ ਵੱਲ ਨੂੰ ਜਿਹੜਾ ਹੈਗਾ ਬਹੁਤ ਸਾਨੂੰ ਨੌਲੇਜ ਦਿੰਦੀ ਹੈ। ਸਪੈਕੂਲੇਟਿਵ ਨੌਲੇਜ ਐਂਡ ਟੂ ਹੈਵ ਐਕਸਪੈਰੀਮੈਂਟਲ ਨੌਲੇਜ, ਇਹਦੇ ਲਈ ਸਾਨੂੰ ਇਹ ਯੋਗਾ ਕਰਨਾ ਜ਼ਰੂਰੀ ਹੈ। ਇਹ ਕੀ ਹੈ? ਸੈਲਫ ਐਨਾਲਾਈਜ਼ ਹੈ। ਇਹ ਕੀ ਕਰਦਾ ਹੈ? ਸਾਨੂੰ ਅੰਦਰ
ਸਾਡੇ ਗਿਆਨ ਸੈਲਫ ਨੌਲੇਜ ਸਾਨੂੰ ਦਿੰਦਾ ਹੈ। ਇੰਟਰੋਸਪੈਕਸ਼ਨ ਹੁੰਦੀ ਹੈ ਇਸ ਯੋਗਾ ਦੇ ਨਾਲ। ਅਸੀਂ ਜਾਣਦੇ ਹਾਂ ਇੱਕ ਆਪਣੀ ਅੰਦਰ ਦੀਆਂ ਕੁਆਲਿਟੀਜ਼ ਨੂੰ, ਅਤੇ ਇਹ ਪ੍ਰੈਕਟਿਸ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਆਪ ਨਾਲ ਜੁੜ ਸਕੀਏ, ਆਪਣੇ ਆਪ ਨੂੰ ਜਾਣ ਸਕੀਏ। ਤਾਂ ਹੌਲੀ ਹੌਲੀ ਜਦੋਂ ਅਸੀਂ ਇਸ ਯੋਗਾ ਨੂੰ ਕਰਦੇ ਤਾਂ ਅਸੀਂ ਸਮਾਧੀ ਲੇਟਰ ਔਨ ਬਿਕੋਜ਼ ਸਮਾਧੀ ਜੋ ਐਕਸਪੈਰੀਮੈਂਟ ਦੇ ਨਾਲ ਹੀ ਆਏਗੀ, ਜੇ ਅਸੀਂ ਬਾਰ ਕਰਾਂਗੇ, ਧਿਆਨ ਲਗਾਵਾਂਗੇ, ਫਿਰ ਹੀ ਸਮਾਧੀ ਵੱਲ, ਮੈਡੀਟੇਸ਼ਨ ਵੱਲ ਵਧਾਂਗੇ। ਹਠ ਯੋਗਾ ਮੀਨਸ ਟੂ ਅਟੇਨ ਫਿਜ਼ੀਕਲ ਐਂਡ ਮੈਂਟਲ ਪਿਓਰੀਫਿਕੇਸ਼ਨ। ਬਹੁਤ ਕਾਮਨ ਯੋਗਾ ਹੈ। ਇਹਦਾ ਮੇਨ ਕੀ ਹੈ, ਆਪਣੇ ਅੰਦਰੋਂ ਸਾਰੀਆਂ ਟੌਕਸਿਨ ਅਤੇ ਇੰਪਿਓਰਿਟੀਜ਼ ਨੂੰ ਨਿਕਾਲਣਾ ਅਤੇ ਆਪਣੇ ਮਨ ਨੂੰ ਬਿਲਕੁਲ ਸ਼ਾਂਤ ਕਰ ਦੇਣਾ। ਇੱਕ ਵਾਰੀ ਟੌਕਸਿਨ ਸਾਡੇ ਅੰਦਰੋਂ ਇਲੀਮੀਨੇਟ ਹੋ ਗਏ, ਖਤਮ ਹੋ ਗਏ, ਤਾਂ ਸਾਡਾ ਜਿਹੜਾ ਮਾਇੰਡ ਹੈ ਅਤੇ ਬੋਡੀ ਹੈ ਬਹੁਤ ਬੈਲੈਂਸ ਅਤੇ ਪਿਓਰ ਹੋ ਜਾਂਦੀ ਹੈ। ਰਾਜ ਯੋਗਾ ਮੀਨਸ ਰਾਜ ਕਰਨਾ, ਲਾਈਕ ਅ ਕਿੰਗ। ਦਸ ਰਾਜ ਯੋਗਾ ਕੀ ਹੈ, ਇੱਕ ਕਾਈਂਡਲੀ ਅਤੇ ਰੋਇਲ ਯੋਗਾ ਹੈ, ਜਿਹੜਾ ਕਿ ਸੁਪਰੀਮ ਯੋਗਾ ਹੈ, ਜਿਹੜਾ ਕਿ ਸਾਨੂੰ ਰਾਜ ਥੀਮ ਕੀ ਹੈ, ਇਹਦਾ ਰਾਜ ਕਰਨਾ, ਡੋਮੀਨੇਟ ਕਰਨਾ ਵਿਦ ਇਨ ਦਾ ਹਿਊਮਨ ਪਰਸਨੈਲਿਟੀ। ਇਹ ਕੀ ਹੈ, ਅਸੀਂ ਹਰ ਇੱਕ ਐਂਗਲ ਤੋਂ ਸਾਡੀ ਪਰਸਨੈਲਿਟੀ ਇੰਟਰਨਲ ਅਤੇ ਐਕਸਟਰਨਲ, ਸਾਡੀ ਸਾਈਕੀ ਸਭ ਜਿਹੜੀ ਹੈਗੀ ਹੈ ਰਾਜ ਕਰਦੀ ਹੈ, ਮਤਲਬ ਬੈਲੈਂਸ ਹੋ ਜਾਂਦੀ ਹੈ। ਤਾਂ ਅਸੀਂ ਬਿਲਕੁਲ ਵੀ ਜਿਹੜੇ ਹੈਗੇ ਹੈ ਮਟੀਰੀਅਲਿਸਟਿਕ ਵਰਡ ਤੋਂ ਪਰੇ ਹੋ ਜਾਂਦੇ ਹਾਂ। ਰਾਜ ਯੋਗਾ ਨੂੰ 2 ਗਰੁੱਪਸ ਵਿੱਚ ਵੰਡਿਆ ਗਿਆ ਹੈ। ਦ ਫਰਸਟ ਗਰੁੱਪ ਇਜ਼ ਨੋਨ ਐਜ਼ ਐਕਸਟਰਨਲ group. It consists of yama, niyama, asana ਤੇ ਪ੍ਰਾਣਾਯਾਮਾ। They are known as external yogas. Then ਉਸ ਤੋਂ ਬਾਅਦ they change and alter the external personality, behavior ਤੇ action। ਜਿਹੜੇ ਇਹ ਸਾਰੇ ਹੈ ਨਿਯਮਾ, ਯਮਾ, ਆਸਨਾ ਅਤੇ ਪ੍ਰਾਣਾਯਾਮਾ, ਇਹ ਸਾਡੇ ਜਿਹੜੇ ਐਕਸਟਰਨਲ ਪਰਸਨੈਲਿਟੀ ਨੂੰ ਚੇਂਜ ਕਰਦੇ ਹੈ। ਸੈਕਿੰਡ ਹੈ ਇਨਰ ਯੋਗਾ, ਜਿਸ ਦੇ ਵਿੱਚ ਅੰਤਰੰਗ ਯੋਗਾ, ਜਿਹੜਾ ਕਿ ਸਾਡੀ ਬਹੁਤ ਜ਼ਿਆਦਾ ਧਰਨਾ ਅਤੇ ਧਿਆਨ ਅਤੇ ਸਮਾਧੀ, ਜੋ ਸਾਡੇ ਮਾਇੰਡ ਨੂੰ ਅੰਦਰੋਂ ਬਹੁਤ ਜ਼ਿਆਦਾ ਕੰਟਰੋਲ ਕਰਦੇ ਹੈ। ਇਹ ਇੱਕ ਮੈਂਟਲ ਪ੍ਰੋਸੈਸ ਹੈ, ਜਿਹੜਾ ਕਿ ਓਬਜ਼ਰਵੇਸ਼ਨ, ਐਨਾਲਾਈਜ਼ ਕਰਨਾ, ਨਿਰੀਖਣ ਕਰਨਾ, ਵਿਸ਼ਲੇਸ਼ਣ ਕਰਨਾ, ਰਿਫਲੈਕਸ਼ਨ ਕਰਨਾ ਅਤੇ ਕੰਟੈਂਪਲੇਸ਼ਨ ਅਤੇ ਮੈਡੀਟੇਸ਼ਨ। ਇਹ ਇੰਪੋਰਟੈਂਟ ਲਾਈਨ ਹੈ, ਜ਼ਰੂਰ ਲਿਖ ਕੇ ਆਉਣੀ ਹੈ, ਉਸ ਦੇ ਵਿੱਚ ਸਾਡੀ ਹੈਲਪ ਕਰਦਾ ਹੈ। ਮੰਤਰ ਯੋਗਾ ਜਾਂ ਜਾਪ ਯੋਗਾ, ਜਿਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਜਾਪ ਕਰਦੇ ਹਾਂ, ਮੰਤਰ ਪੜ੍ਹਦੇ ਹਾਂ, ਮੰਤਰਾਂ ਦਾ ਉਚਾਰਨ ਕਰਦੇ ਹਾਂ, ਉਸ ਦੇ ਨਾਲ ਹੀ ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਡੀਆਂ ਮਾਈਂਡ 'ਚੋਂ ਸਾਰੀਆਂ ਇੰਪਿਓਰਿਟੀਜ਼ ਜੋ ਬਾਹਰ ਆਉਂਦੀਆਂ। ਆਈ ਨੋ ਸਪੀਡ ਜ਼ਿਆਦਾ ਹੈ, ਪਰ ਮੈਂ ਬਹੁਤ ਘੱਟ ਹੈ, ਐਗਜ਼ਾਮ ਨੇੜੇ ਹੈ, ਤਾਂ ਮੈਂ ਘੱਟ ਟਾਈਮ 'ਚ ਵੱਧ ਤੋਂ ਵੱਧ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੈ। ਜੇ ਸਮਝ ਆ ਰਿਹਾ ਤਾਂ ਪਲੀਜ਼ ਕਮੈਂਟ ਬਾਕਸ ਜ਼ਰੂਰ ਦਿਓ। ਬਹੁਤ ਮਿਹਨਤ ਦੇ ਨਾਲ ਇਹ ਨੋਟਸ ਤੁਹਾਡੇ ਤੱਕ ਪਹੁੰਚਾ ਪਾ ਰਹੀ ਹਾਂ। ਆਊਟ ਆਫ ਦ ਵੇ ਜਾ ਕੇ ਬਹੁਤ ਦਿੱਕਤ ਆਉਂਦੀ ਹੈ ਇਹਨਾਂ ਨੋਟਸ ਨੂੰ ਕਲੈਕਟ ਕਰਨਾ, ਦੈਨ ਉਹਨੂੰ ਪ੍ਰਪੇਅਰ ਕਰਨਾ ਬਹੁਤ ਸ਼ਾਰਟ ਟਾਈਮ ਦੇ ਵਿੱਚ, ਕਿਉਂਕਿ ਬੱਚੇ ਬਹੁਤ ਡਿਮਾਂਡ ਕਰ ਰਹੇ ਸੀ ਕਿ ਮੈਮ ਇੰਗਲਿਸ਼ ਮੀਡੀਅਮ ਦੇ ਵਿੱਚ ਨੋਟਸ ਜ਼ਰੂਰ ਪ੍ਰੋਵਾਈਡ ਹੋਣੇ ਚਾਹੀਦੇ ਹੈ। ਤਾਂ ਉਮੀਦ ਕਰਦੀ ਹਾਂ ਇਸ ਤੋਂ ਤੁਹਾਨੂੰ ਬਹੁਤ ਹੈਲਪ ਹੋ ਰਹੀ ਹੈਗੀ ਜੋ ਇੰਗਲਿਸ਼ ਮੀਡੀਅਮ ਦੇ ਸਟੂਡੈਂਟਸ ਹੈ। ਤਾਂ ਇਟ ਇਜ਼ ਕੰਸਰਨਡ ਐਕਸਕਲੂਸਿਵਲੀ ਵਿਦ ਸਪਿਰਿਚੁਅਲ ਡਿਸਿਪਲਿਨ। ਇਟਸ ਪ੍ਰੈਕਟਿਸ ਕੰਸਿਸਟ ਆਫ ਰਿਪੀਟਿੰਗ ਮੰਤਰਾ। ਤਾਂ ਇਹ ਕਿਵੇਂ ਆਉਂਦੀ ਹੈ, ਮੰਤਰ ਕਰਨ ਨਾਲ, ਮੰਤਰ ਜਾਪ ਕਰਨ ਨਾਲ। ਤਾਂ ਚਾਹੇ ਜਿੰਨਾ ਮਰਜ਼ੀ ਸਾਡਾ ਦਿਮਾਗ ਇੱਧਰ ਉੱਧਰ ਜਾਏ, ਪਰ ਸਾਨੂੰ ਟਿਕ ਕੇ ਮੰਤਰ ਉਚਾਰਨ ਕਰਨਾ ਚਾਹੀਦਾ ਹੈ, ਤਾਂ ਕਿ ਸਾਡੀ ਜਿਹੜੀ ਹੈ ਮੈਂਟਲ ਜਿਹੜਾ ਹੈਗਾ ਬੈਲੈਂਸ ਬਣ ਸਕੇ। ਲਯ ਯੋਗਾ ਇਜ਼ ਸਿਮਿਲਰ ਟੂ ਬੋਥ ਕ੍ਰਿਆ ਅਤੇ ਕੁੰਡਾਲਨੀ। ਠੀਕ ਹੈ, ਮਤਲਬ ਅਸੀਂ ਕਿਰਿਆ ਕਰਨੀ ਹੈ। ਇਹ ਮੋਰ ਮੈਡੀਟੇਟਿਵ ਹੈ ਨੇਚਰ ਦੇ ਵਿੱਚ। ਅਸੀਂ ਬਹੁਤ ਜ਼ਿਆਦਾ ਮੈਡੀਟੇਸ਼ਨ ਜਿਹੜੇ ਹੈਗੇ ਆ ਕਰਦੇ ਹਾਂ ਇਸ ਯੋਗਾ ਦੇ ਵਿੱਚ। ਇਹਦਾ ਮੇਨ ਏਮ ਕੀ ਹੈ, ਅਵੇਕਨਿੰਗ ਆਫ ਐਨਰਜੀ, ਸਾਡੀ ਐਨਰਜੀ ਨੂੰ ਅਵੇਕ ਕਰਦਾ ਹੈ, ਜਗਾਉਂਦਾ ਹੈ। ਦ ਵਰਡ ਲਯਾ ਮੀਨਸ ਟੂ ਡਿਜ਼ੋਲਵ। ਐਨਰਜੀ ਇਜ਼ ਨਾਟ ਡਿਜ਼ੋਲਵਡ, ਐਨਰਜੀ ਅਵੇਕਨ ਹੁੰਦੀ ਹੈ, ਐਨਰਜੀ ਖਤਮ ਨਹੀਂ ਹੁੰਦੀ, ਐਨਰਜੀ ਜਾਗਰਿਤ ਹੁੰਦੀ ਹੈ ਸਾਡੇ ਅੰਦਰ ਜੇ ਅਸੀਂ ਇਸ ਯੋਗਾ ਦਾ ਅਭਿਆਸ ਕਰਦੇ ਹਾਂ। ਨੈਕਸਟ ਭਗਤੀ ਯੋਗਾ। ਭਗਤੀ ਮੀਨਸ ਇੰਟੈਂਸ ਡਿਵੋਸ਼ਨ ਵਿਦ ਐਮਫੈਸਿਸ ਔਨ ਫੇਥ। ਅਸੀਂ ਬਹੁਤ ਜ਼ਿਆਦਾ ਡਿਵੋਸ਼ਨ ਦੇ ਨਾਲ ਜਿਹੜੀ ਹੈਗੀ ਹੈ ਭਗਤੀ ਯੋਗਾ ਕਰਨੀ ਹੈ। ਇਸ ਨਾਲ ਅਸੀਂ ਹੰਬਲ, ਅਨਅਫੈਕਟਡ ਫਰੋਮ ਦਾ ਹੈਪੀਨੈਸ ਐਂਡ ਸੋਰੋ। ਸਾਨੂੰ ਕੋਈ ਦੁੱਖ ਤਕਲੀਫ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਿਸੇ ਚੀਜ਼ ਤੋਂ ਸਾਨੂੰ ਫਰਕ ਨਹੀਂ ਪੈਂਦਾ। ਗਰੀਡ, ਇਨਜਸਟਿਸ, ਰੈਸ਼ਨੈਸ, persecution of others, jealousy, stealing, harsh words, cruelty, nothing affects us if we are practicing bhakti yoga. His heart is pure. ਸਾਡਾ ਹਾਰਟ ਕੀ ਬਣ ਜਾਂਦਾ ਹੈ, ਪਿਓਰ। ਕੀ ਆ ਜਾਂਦਾ ਸਾਡੇ ਅੰਦਰ, ਫੇਥ, ਇਨੋਸੈਂਸ, ਸਿੰਪਲਿਸਿਟੀ, ਟਰੂਥਫੁਲਨੈਸ, ਇਹ ਸਾਡੇ ਅੰਦਰ ਸਭ ਭਰ ਜਾਂਦਾ ਹੈ। ਇਹ ਕੰਸੈਪਟ ਹੈ ਬੱਚੇ ਹਠ ਯੋਗਾ ਦਾ, ਜੋ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਤਾਂ ਹਠ ਯੋਗਾ ਸੰਸਕ੍ਰਿਤ ਟੈਕਸਟ ਹਾ ਮੀਨਸ ਸੁਣ ਤੋਂ ਲਿਆ ਗਿਆ ਹੈ।
sun, positive energy. The word yoga comes from Sanskrit root yug, means join. हठ योग का मतलब है is a meeting of two forces animating the human body with the union of positive energy. मतलब उस sun नाल जुड़ना, उस सॉरी हा मीन्स सन मीन्स सूरज, उस नाल जुड़ना, परफेक्ट बैलेंस बनाना. हठ योगा Pradipika, mastery of body and breath are the undoubted aid to achieve the spiritual जो है evolution. ਤਾਂ ਇਸ ਦੇ ਵਿੱਚ according to Bhagavad Gita, when the mind and body and working together ਹਾਰਮੋਨੀਅਸਲੀ ਮਤਲਬ ਇਕਸੁਰਤਾ ਦੇ ਨਾਲ ਕੰਮ ਕਰਦੇ ਆ, ਹਾਰਮੋਨੀਅਸ ਜੋ ਵਰਕਿੰਗ ਹੈ ਡਿਊ ਟੂ ਯੋਗਾ ਡਿਸਿਪਲਿਨ, ਯੋਗਾ ਕਰਕੇ ਵੀ ਕੈਨ ਫਾਈਂਡ ਕਾਮ ਐਂਡ ਪੀਸ ਆਫ ਮਾਈਂਡ ਐਟ ਐਵਰੀ ਮੂਮੈਂਟ. ਹਰ ਮੂਮੈਂਟ 'ਤੇ ਸਾਨੂੰ ਕੀ ਮਿਲੇਗੀ? ਸ਼ਾਂਤੀ, ਕਾਮਨੈਸ ਮਿਲੇਗੀ, ਪੀਸ ਮਿਲੇਗਾ. ਤਾਂ ਹਠ ਯੋਗਾ 3 ਫੈਕਟਰਸ ਤੋਂ ਬਣਿਆ. ਕੰਟਰੋਲ ਆਫ ਮਾਈਂਡ, ਅਸੀਂ ਮਾਈਂਡ ਨੂੰ ਕੰਟਰੋਲ ਕਰਨਾ ਹੈ. ਪ੍ਰਾਣਾਯਾਮ ਮਤਲਬ ਕੰਟਰੋਲ ਐਂਡ ਰੈਗੂਲੇਸ਼ਨ ਆਫ ਬ੍ਰੈਥ. ਆਸਨਾ ਮਤਲਬ ਬੋਡੀ ਪੋਸਚਰ, ਅਸੀਂ ਬੋਡੀ ਨੂੰ ਕੰਟਰੋਲ ਕਰਨਾ ਹੈ. ਇਹ ਸਾਰੀ ਹਠ ਯੋਗਾ ਦੀ ਡਿਟੇਲ ਹੈ. ਨੈਕਸਟ ਵਨ ਫਿਜ਼ੀਕਲ ਹੈਲਥ 'ਤੇ ਕਿਵੇਂ ਹਠ ਯੋਗਾ ਹੈਲਪ ਕਰਦਾ ਹੈ? ਮਸਲਸ ਅਤੇ ਬੋਨ, ਨਰਵਸ ਸਿਸਟਮ, ਗਲੈਂਡ ਸਿਸਟਮ, ਰੈਸਪੀਰੇਟਰੀ ਸਿਸਟਮ, ਸਰਕੂਲੇਟਰੀ ਸਿਸਟਮ ਸਾਰੇ ਹੀ ਕੋਆਰਡੀਨੇਟ ਹੁੰਦੇ ਹੈ ਇੱਕ ਦੂਸਰੇ ਦੇ ਨਾਲ. ਇਨ ਹਠ ਯੋਗਾ ਆਸਨਸ ਮੇਕ ਦਾ ਬੋਡੀ ਫਲੈਕਸੀਬਲ ਬਣਦੀ ਹੈ. ਅਸੀਂ ਐਡਜਸਟ ਕਰ ਸਕਦੇ ਹਾਂ ਇਨਵਾਇਰਮੈਂਟ ਦੇ ਅਕੋਰਡਿੰਗ. ਸਿੰਪੈਥੈਟਿਕ ਬਣਦੇ ਹਾਂ, ਬਹੁਤ ਜ਼ਿਆਦਾ ਸਿੰਪਟਮਸ ਆਉਂਦੇ ਹੈ, ਸਾਡੇ ਇੰਟਰਨਲ ਔਰਗਨਸ ਜਿਹੜੇ ਹੈਗੇ ਹੈ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਹੈ. ਐਂਡੋਕਰਾਈਨ ਸਿਸਟਮ ਜਿਹੜਾ ਕੰਟਰੋਲ 'ਚ ਆ ਜਾਂਦਾ ਹੈ. ਹਾਰਮੋਨਸ ਬੈਲੈਂਸ ਹੋ ਜਾਂਦੇ. ਇਹ ਸਾਰਿਆਂ ਨੂੰ ਤੁਸੀਂ ਪੁਆਇੰਟਸ ਦੇ ਵਿੱਚ ਲੈ ਕੇ ਆ ਸਕਦੇ ਹੋ. ਸਾਰੇ ਹੀ ਯੋਗਾ ਦੇ ਸੇਮ ਹੀ, ਮੋਸਟ ਪ੍ਰੋਬੇਬਲੀ ਸੇਮ ਹੀ ਜੋ ਹੈ ਜੋ ਇਸ ਦੇ ਪੁਆਇੰਟਸ ਬਣਦੇ ਹੈ. ਹਠ ਯੋਗਾ ਅਤੇ ਮੈਂਟਲ ਹੈਲਥ ਬਹੁਤ ਇਕੁਇਲਿਬਰੀਅਮ ਮਤਲਬ ਅਸੀਂ ਬਹੁਤ ਬੈਲੈਂਸ, ਇਕੁਇਲਿਬਰੀਅਮ ਹੁੰਦਾ, ਮਤਲਬ ਬੈਲੈਂਸ ਆ ਜਾਂਦਾ ਹੈ. ਅਨਹੈਪੀਨੈਸ ਘਟਦੀ ਹੈ ਅਤੇ ਹੈਪੀਨੈਸ ਸਾਡੇ ਅੰਦਰ ਆਉਂਦੀ ਹੈ. ਸਟੇਬਿਲਿਟੀ ਆਫ ਮਾਈਂਡ ਹੁੰਦੀ ਹੈ, ਮਾਈਂਡ ਸਟੇਬਲ ਹੁੰਦਾ ਹੈ, ਹੈਪੀਨੈਸ ਫੀਲ ਹੁੰਦੀ ਹੈ, ਤਾਂ ਕੌਨਫੀਡੈਂਸ ਲੈਵਲ ਵੱਧਦਾ ਹੈ, ਐਕਸ਼ਨ ਇੰਪਰੂਵ ਹੁੰਦੇ ਹੈ, ਇੰਸਪੀਰੇਸ਼ਨ ਆਉਂਦੀ ਹੈ, ਸਪਿਰਿਚੁਅਲ ਹੈਲਥ ਇੰਪਰੂਵ ਹੁੰਦੀ ਹੈ. ਉਸ ਪਰਮਾਤਮਾ ਨਾਲ ਜੋ ਹੈ ਜੋ ਮੇਲ ਉਸ ਵਨਨੈਸ ਸਾਨੂੰ ਨਜ਼ਰ ਆਉਂਦੀ ਹੈ. ਤਾਂ ਇਸ ਡਿਫਰੈਂਟ ਯੋਗਾ ਦੇ ਆਸਨ ਸਾਡੀ ਇਸ ਚੀਜ਼ ਦੇ ਵਿੱਚ ਹੈਲਪ ਕਰਦੇ ਹੈ. ਤਾਂ ਇਹ ਬੱਚੇ ਕੁਐਸਚਨ ਕਿਹੜੇ ਪੁੱਛੇ ਜਾ ਸਕਦੇ ਆ? ਵਾਟ ਇਜ਼ ਦਾ ਮੀਨਿੰਗ ਆਫ ਯੋਗਾ? ਰਾਈਟ ਦਾ ਏਮ ਆਫ ਯੋਗਾ, ਮੀਨਿੰਗ ਆਫ ਯੋਗਾ, ਦੈਨ ਟਾਈਪਸ ਆਫ ਯੋਗਾ, ਹਠ ਯੋਗਾ ਕੀ ਹੈ, ਰਿਲੇਸ਼ਨਸ਼ਿਪ ਆਫ ਹਠ ਯੋਗਾ ਵਿਦ ਫਿਜ਼ੀਕਲ ਹੈਲਥ ਜਾਂ ਹਠ ਯੋਗਾ ਕੀ ਹੈ. ਮੇਨ ਤੁਹਾਨੂੰ ਸਟਾਰਟਿੰਗ ਵਾਲੇ 3 ਹੀ ਬੰਦੇ ਇੰਪੋਰਟੈਂਟ, ਤੁਸੀਂ ਕਰ ਸਕਦੇ ਹੋ. ਉਮੀਦ ਕਰਦੀ ਹਾਂ ਮੀਨਿੰਗ, ਡੈਫੀਨੇਸ਼ਨ, ਇੰਟਰੋਡਕਸ਼ਨ, ਦੈਨ ਹਿਸਟਰੀ, ਟਾਈਪਸ, ਇਹ ਸਾਰੀਆਂ ਤੁਹਾਡੀਆਂ ਕਲੀਅਰ ਹੈ. ਇੰਪੋਰਟੈਂਸ ਵੀ ਕਾਫੀ ਹੱਦ ਤੱਕ ਹੋਗੀ. ਤਾਂ ਕਾਈਂਡਲੀ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਦ ਚੈਨਲ. ਥੈਂਕ ਯੂ. ਗੋਡ ਬਲੈਸ ਯੂ. ਕੀਪ ਵਾਚਿੰਗ ਐਂਡ ਸ਼ੇਅਰਿੰਗ.